ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕਲਗੀਆਂ ਵਾਲੇ ਦੇ ਪ੍ਰਕਾਸ਼ ਪੁਰਬ ਉੱਤੇ ਇੱਕ ਲੇਖਣੀ 1911 ਵਿੱਚ ਲਿਖੀ ਸੀ, ਜਿਸ ਨੂੰ ਆਪ ਜੀ ਦੇ ਸਾਹਮਣੇ ਪੜ੍ਹਿਆ ਜਾ ਰਿਹਾ ਹੈ। ਸਿਰਲੇਖ ਹੈ ਉੱਚ ਜੀਵਨ। ਕਿਹੜੇ ਪਿਆਰ ਭਰੇ ਸਰੂਪ ਨੂੰ ਹਿਰਦੇ ਦੀਆਂ ਅੱਖਾਂ ਅੱਗੇ ਲਿਆਉਣ ਵਾਲਾ ਇਹ ਸ਼ਬਦ ਕਲਗੀਆਂ ਵਾਲਾ ਹੋ ਰਿਹਾ ਹੈ। ਨਾਮ ਲਿਆ ਨਹੀਂ ਕਿ ਅੰਦਰਲੀਆਂ ਪਿਆਰ ਸਤਕਾਰ ਤੇ ਸਿੱਖ ਦੀਆਂ ਸਾਰੀਆਂ ਤਰਬਾਂ ਵਲਵਲਾ ਖਾ ਕੇ ਹਿਲੀਆਂ ਨਹੀਂ। ਇਹਨਾਂ 6 ਅੱਖਰਾਂ ਦੇ ਮਗਰ ਉਸ ਨਾਸ਼ ਨਾ ਹੋਣ ਵਾਲੀ ਸੱਚਾਈ ਦੀ ਯਾਦ ਲੁਕੀ ਖੜੀ ਹੈ, ਜਿਸ ਨੇ ਕਦੇ ਸਰੀਰ ਦੀ ਕਲਾ ਵਿੱਚ ਪ੍ਰਕਾਸ਼ ਪਾ ਕੇ ਸਰੀਰ ਧਾਰੀਆਂ ਨੂੰ ਦੱਸਿਆ ਸੀ ਕਿ ਆਪਣਾ ਰੁਖ ਉਸ ਪਾਸੇ ਕਰੋ ਕਿ ਜਿੱਧਰ ਤੱਕਿਆਂ ਸਾਰੀਆਂ ਤੱਕਾਂ ਮਿਟ ਜਾਣ। ਜਿਸ ਨੇ ਸੰਸਾਰ ਤੋਂ ਰੁੱਸ ਜਾਣ ਦੀ ਸਦੀਆਂ ਦੀ ਭੁੱਲ ਦੂਰ ਕਰਕੇ ਇਹ ਦਿਖਾਇਆ ਸੀ ਕਿ ਜਗਤ ਨਾਲ ਰੁੱਸ ਨਾ ਜਾਓ, ਕਿਉਂਕਿ ਰੁੱਸ ਜਾਣ ਨਾਲ ਤੁਸੀਂ ਸੰਸਾਰ ਦੇ ਬੰਧਨ ਤੋਂ ਛੁੱਟ ਨਹੀਂ ਸਕਦੇ। ਪਰ ਇਸ ਵਿੱਚੋਂ ਛੁਟਕਾਰਾ ਕਰਨ ਲਈ ਅੰਦਰਲੀ ਝਾਤੀ ਪਿਛਲੇ ਪਾਸੇ ਮਾਰੋ ਤੇ ਦੇਖੋ ਕਿ ਤੁਸੀਂ ਆਪ ਕੀ ਹੋ ਤੇ ਕੀ ਬਣ ਰਹੇ ਹੋ। ਪਾਣੀ ਦੇ ਸਰੋਵਰ ਵਿੱਚ ਨਜ਼ਰ ਮਾਰੋ, ਚੰਦ ਦਾ ਝਲਕਾ ਪਾਣੀ ਵਿੱਚ ਪੈ ਰਿਹਾ ਹੈ। ਸਮੁੱਚਾ ਚੰਦ ਪਾਣੀ ਵਿੱਚ ਹੈ। ਚੰਦ ਦਾ ਸਾਰਾ ਪ੍ਰਕਾਸ਼ ਪਾਣੀ ਵਿੱਚ ਹੈ। ਜਿਸ ਨੇ ਕਦੇ ਉੱਪਰ ਨਹੀਂ ਤੱਕਿਆ, ਸਦਾ ਤਾਲ ਵਾਲੀ ਡਿੱਠਾ ਹੈ, ਉਸ ਨੂੰ ਚੰਦ ਸਦਾ ਹਿਲਦਾ ਸਦਾ ਕੰਬਦਾ ਤੇ ਹੇਠਾਂ ਉਤਾਹਾਂ ਹੁੰਦਾ ਤਿਲ ਮਿਲਾਉਂਦਾ ਦਿਸੇਗਾ। ਪਰ ਜੇ ਕੋਈ ਉਸ ਦੀ ਧੌਣ ਫੜ ਕੇ ਉੱਪਰਲੇ ਪਾਸੇ ਕਰਕੇ ਥਰਥਰਾਉਂਦੇ ਚੰਦ ਦਾ ਪਿੱਛਾ ਦਿਖਾ ਦੇਵੇ ਤਾਂ ਆਕਾਸ਼ਾਂ ਵਿੱਚ ਪ੍ਰਕਾਸ਼ ਪੁੰਜ ਚੰਦ ਉਸ ਨੂੰ ਦਿਸੇਗਾ, ਔਰ ਸਾਰਾ ਘਬਰਾ ਜੋ ਤਲਾ ਦੇ ਚੰਦ ਵਿੱਚ ਸੀ ਮਿਟਾ ਦੇਵੇਗਾ। ਉਸ ਕਲਗੀਆਂ ਵਾਲੇ ਨੇ ਸਰੀਰ ਸਰੋਵਰ ਵਿੱਚ ਥਰ ਥਰ ਕੰਬ ਰਹੀ ਤੇ ਹਿਲਦੀ ਜਿੰਦੜੀ, ਦੁੱਖ ਤੇ ਹਾਵੇ ਭਰਦੀ ਜਿੰਦੜੀ ਦੇ ਝਲਕੇ ਨੂੰ ਹਉਮੈ ਕਰਕੇ ਦੱਸਿਆ ਤੇ ਦੇਖਣ ਵਾਲੇ ਦੀ ਨਜ਼ਰ ਪਰਤਾ ਕੇ ਪਿਛਲੇ ਪਾਸੇ ਝਾਤੀ ਪੁਆ ਕੇ ਅਡੋਲ ਜਿੰਦੜੀ ਦਿਖਾ ਕੇ ਅਪੈ ਕਰ ਦਿੱਤਾ। ਦੁੱਖ ਤੇ ਕਲੇਸ਼ ਦੇਖਦਿਆਂ ਹੀ ਬਿੱਲਾ ਗਿਆ। ਉਹ ਜੋ ਆਪ ਨਿਰਭੈ ਸੀ, ਜੋ ਆਪ ਸੰਸੇ ਤੋਂ ਪਾਰ ਸੀ, ਭੈ ਗਰਸੇ ਤੇ ਸੰਸੇ ਫਾਥਿਆਂ ਨੂੰ ਨਿਰਭੈ ਤੇ ਨਿਰਸੰਸੇ ਕਰਨ ਆਇਆ ਸੀ, ਸੋ ਕਰ ਦਿਖਾਇਆ। ਇਹ ਧੌਣੋਂ ਫੜ ਕੇ ਡੋਲਦੀ ਜਿੰਦੜੀ ਤੋਂ ਅਡੋਲ ਜਿੰਦ ਦੇ ਬੇੜੇ ਚਾੜਨ ਦੇ ਸਾਰੇ ਭਾਵ ਦਾ ਨਾਂ ਉਸ ਮਾਲਕ ਨੇ ਪ੍ਰੇਮ ਰੱਖਿਆ। ਸਾਡੀ ਨਜ਼ਰ ਦਿਸਣ ਵਾਲੇ ਨਾਲ ਪਿਆਰ ਕਰ ਰਹੀ ਸੀ। ਦਿਸਣ ਵਾਲਾ ਚੱਲਣਹਾਰ ਸੀ। ਚੱਲਣਹਾਰ ਹੋਣ ਕਰਕੇ ਵਿਛੋੜੇ ਵੇਲੇ ਦੁੱਖ ਦਿੰਦਾ ਸੀ ਤੇ ਪ੍ਰਾਪਤੀ ਦੇ ਯਤਨ ਵਿੱਚ ਕਲੇਸ਼ ਪਾਉਂਦਾ ਸੀ ਤੇ ਇਉਂ ਦੁਖਦਾਤਾ ਸੀ। ਸੋ ਇਸ ਦਿਸਣ ਵਾਲੇ ਤੋਂ ਚੁੱਕ ਕੇ ਸਾਨੂੰ ਗੁਰੂ ਜੀ ਨੇ ਦੇਖਣ ਵਾਲੇ ਵੱਲ ਪਾ ਦਿੱਤਾ। ਆਖਿਆ, ਇਸ ਦੇ ਪਿਆਰ ਵਿੱਚ ਰੁੜ ਨਾ ਜਾਓ ਜੋ ਨਹੀਂ ਰਹਿਣਾ, ਉਸ ਨਾਲ ਪਿਆਰ ਪਾਓ ਜਿਸ ਨੇ ਰਹਿਣਾ ਹੈ। ਜਦ ਇਹ ਨੁਕਤਾ ਅੰਦਰੋਂ ਪਲਟਾ ਖਾ ਗਿਆ ਤਾਂ ਦੇਖੋ ਸਾਰੇ ਜੀਵਨ ਦਾ ਨਜ਼ਾਰਾ ਪਲਟਾ ਖਾ ਗਿਆ। ਬੰਨਾਂ ਵਿੱਚ ਜਾ ਕੇ ਬਿਰਛਾਂ ਵਾਂਗੂ ਜੜਤਾ ਅਖਤਿਆਰ ਕਰਨ ਦੀ ਲੋੜ ਨਾ ਰਹੀ, ਪਰ ਡੋਲਵੇਂ ਰੰਗਾਂ ਵਿੱਚ ਬੈਠਿਆਂ ਆਪਣੇ ਅਡੋਲ ਅਸਲੇ ਦੇ ਧਿਆਨ ਵਿੱਚ ਪਿਆਰ ਵਿੱਚ ਸਦਾ ਟਿੱਕੇ ਰਹਿ ਕੇ ਡੋਲਣਹਾਰ ਨੂੰ ਚੱਲਣਹਾਰ ਤੱਕਣ ਨਾਲ ਆਪਣਾ ਡੋਲਣਾ ਸਮਝ ਵਿੱਚ ਆ ਗਿਆ ਤਾਂ ਡੋਲਣਹਾਰ ਨਾਲ ਰੁਸੇਵਾਂ ਨਾ ਪਿਆ, ਸਗੋਂ ਸੱਚੀ ਮੁੱਚੀ ਉਸ ਤੋਂ ਛੁੱਟੀ ਹੋ ਗਈ। ਪਰ ਸੰਸਾਰ ਵਿੱਚ ਬੈਠਿਆਂ ਹਜ਼ਾਰਾਂ ਸਾਡੇ ਵਰਗੇ ਉਸ ਡੋਲਣਹਾਰ ਦਰਸ਼ਨ ਵਿੱਚ ਡੋਲ ਕੇ ਦੁਖੀ ਹੋ ਰਹੇ ਹਨ। ਕਲਗੀਆਂ ਵਾਲੇ ਨੇ ਦੱਸਿਆ ਕਿ ਜਿਕੂ ਮੈਂ ਤੁਹਾਨੂੰ ਡੋਲਣੀ ਬੇੜੀ ਵਿੱਚੋਂ ਕੱਢਿਆ ਹੈ, ਤੁਸੀਂ ਹੋਰਨਾਂ ਫਾਥਿਆਂ ਨੂੰ ਕੱਢੋ। ਇਸ ਕੰਮ ਵਿੱਚ ਜੋ ਖੇਚਲ ਤੇ ਕੁਰਬਾਨੀ ਕਰਨ ਦੀ ਲੋੜ ਸੀ, ਸੋ ਹੁਣ ਅਸੀਂ ਸੁਖੈਨ ਨਹੀਂ ਕਰ ਸਕਾਂਗੇ, ਕਿਉਂਕਿ ਜੋ ਕੁਛ ਡੋਲਣਹਾਰ ਸਾਡੇ ਦੁਆਲੇ ਹੈ,
ਜਿਸ ਦੇ ਵਿੱਚ ਅਸੀਂ ਬੈਠੇ ਹਾਂ ਉਹ ਸਾਡਾ ਨਹੀਂ ਹੈ। ਅਸੀਂ ਉਸ ਦੇ ਬਿਨਸਨਹਾਰ ਹੋਣ ਨੂੰ ਸਮਝ ਚੁੱਕੇ ਹਾਂ। ਇਸ ਕਰਕੇ ਉਸ ਤੋਂ ਵਿਛੜਦਿਆਂ ਦੁੱਖ ਨਹੀਂ ਹੋਊ। ਇਉਂ ਉਸ ਕਲਗੀਆਂ ਵਾਲੇ ਨੇ ਸੰਸਾਰ ਨੂੰ ਭੁਲੇਵੇ ਤੋਂ ਕੱਢ ਕੇ ਅਸਲੇ ਤੇ ਪੱਕਿਆਂ ਕੀਤਾ ਤੇ ਅੱਗੋਂ ਸ਼੍ਰੇਣੀ ਤੋੜ ਦਿੱਤੀ ਕਿ ਇਹ ਕੰਮ ਸਦਾ ਹੁੰਦਾ ਹੀ ਰਹੇ। ਜੋ ਇਹ ਸਿੱਖਿਆ ਸਿੱਖ ਲਵੇ ਸੋ ਸਿੱਖ ਸਦਾਵੇ ਤੇ ਅੱਗੋਂ ਇਹ ਸਿੱਖਿਆ ਸਿਖਾਉਂਦਾ ਹੀ ਜਾਵੇ। ਸੋ ਕਲਗੀਆਂ ਵਾਲੇ ਦੀ ਸਿੱਖੀ ਪ੍ਰੇਮ ਦੇ ਤਰੀਕੇ ਨਾਲ ਅਸਲੇ ਨੂੰ ਪਛਾਣਨਾ ਤੇ ਹੋਰਨਾਂ ਨੂੰ ਇਸ ਦੀ ਪਛਾਣ ਵਿੱਚ ਮਦਦ ਕਰਨੀ ਹੈ। ਹਾਂਜੀ, ਕਲਗੀਆਂ ਵਾਲੇ ਦੀ ਸਿੱਖੀ ਪ੍ਰੇਮ ਦੇ ਤਰੀਕੇ ਨਾਲ ਅਸਲੇ ਨੂੰ ਪਛਾਣਨਾ ਤੇ ਹੋਰਨਾਂ ਨੂੰ ਇਸ ਪਛਾਣ ਵਿੱਚ ਮਦਦ ਕਰਨੀ ਹੈ। ਦੇਖੋ ਇਹ ਸਿੱਖੀ ਦਾ ਕੀ ਨਮੂਨਾ ਨਿਕਲਿਆ। ਖੁਸ਼, ਆਨੰਦ, ਨਿਰਭੈ, ਆਪਣੇ ਆਪ ਵਿੱਚ ਸਮਝਦਾਰ, ਭਰਮ ਤੋਂ ਪਾਰ ਆਦਮੀ ਦਿਸਣ ਲੱਗ ਪਏ। ਉਹ ਆਦਮੀ ਫਿਰ ਸੰਸਾਰ ਵਿੱਚ ਬੈਠੇ ਕੀ ਕਰ ਰਹੇ ਹਨ? ਕੋਈ ਅੰਦਰੋਂ ਆਪ ਲੱਗਾ ਹੋਇਆ ਹੋ ਕੇ ਕੀਰਤਨ ਸੁਣਾ ਕੇ ਚਿੱਤ ਪਿਆਰੇ ਵੱਲ ਆ ਰਿਹਾ ਹੈ। ਕੋਈ ਨਾਮ ਵਿੱਚ ਆਪ ਹੈ ਤੇ ਕਥਾ ਕਰਕੇ ਧਿਆਨ ਪਿਆਰੇ ਵੱਲ ਪੁਆ ਰਿਹਾ ਹੈ। ਕੋਈ ਦੁਖੀਆਂ ਦੀ ਬੌੜੀ ਕਰਕੇ ਪਿਆਰੇ ਦੇ ਪਿਆਰ ਦੀ ਵੰਨਗੀ ਦਿਖਾਉਂਦਾ ਅੰਦਰੋਂ ਨਾਮ ਤੇ ਟਿਕਿਆ ਦਿਸ ਰਿਹਾ ਹੈ। ਕੋਈ ਰੋਗੀ ਤੇ ਕਲੇਸ਼ਾਤੁਰ ਦੀ ਮਦਦ ਕਰਕੇ ਅਸਲੇ ਨਾਮ ਦਾ ਉਪਦੇਸ਼ ਕਰ ਰਿਹਾ ਹੈ। ਜਿੱਥੇ ਈਰਖਾ, ਡਾਹ, ਲੜਾਈ ਤੇ ਧੱਕਾ ਸੀ, ਉੱਥੇ ਸਿੰਘ ਪਿਆਰ ਦੀ ਫੁਹਾਰ ਦੇ ਕੇ ਇਹਨਾਂ ਕਸ਼ਟਾਂ ਫਾਥਿਆਂ ਨੂੰ ਛੁਡਾ ਰਿਹਾ ਹੈ। ਗੱਲ ਕੀ ਕਲਯੁਗ ਸਤਯੁਗ ਬਣ ਰਿਹਾ ਹੈ। ਬਿਨਸਨਹਾਰ ਨੂੰ ਸਥਿਰ ਸਮਝ ਕੇ ਸਭ ਕੁਝ ਕਰਨਾ ਇਹ ਸਤਿਗੁਰੂ ਦੀ ਸਿੱਖਿਆ ਨਹੀਂ ਸੀ। ਪਰ ਜੇ ਸਾਡੀ ਬੁੱਧੀ ਅਜੇ ਇਹੋ ਹੈ ਤਾਂ ਅਸੀਂ ਉਸ ਸ਼ਾਹੀ ਸੜਕ ਤੇ ਨਹੀਂ ਟੁਰ ਰਹੇ ਜੋ ਇਸ ਲੋਕ ਤੋਂ ਲੰਘਦੀ ਹੋਈ ਪਰਲੋਕ ਤੱਕ ਲੈ ਜਾਂਦੀ ਹੈ। ਜਿੱਥੇ ਪਹੁੰਚ ਕੇ ਦੁੱਖ ਨਹੀਂ ਪਾਈਦਾ ਤੇ ਜੇ ਹੁਕਮ ਅਨੁਸਾਰ ਉੱਥੇ ਪਰਤ ਕੇ ਫਿਰ ਇੱਥੇ ਆਈਦਾ ਹੈ ਤਾਂ ਆ ਕੇ ਦੁੱਖ ਸੁੱਖ ਨਾਲ ਸੰਤਾਪੀ ਦਾ ਨਹੀਂ ਤੇ ਭੁਲੇਵਿਆਂ ਵਿੱਚ ਅਸਲੇ ਦੇ ਟਪਲੇ ਖਾ ਕੇ ਨਹੀਂ ਰੁਲੀਦਾ। ਉਸ ਮਹਾਨ ਸੜਕ ਪੰਥ ਦੇ ਜੋ ਅਸੀਂ ਰਾਹੀ ਨਹੀਂ ਬਣੇ ਜਾਂ ਅਸਾਂ ਉਸ ਮੁਸਾਫਰਤ ਨੂੰ ਇਖਤਿਆਰ ਨਹੀਂ ਕੀਤਾ ਜੋ ਧੁਰ ਦੇ ਨੁਕਤੇ ਤੇ ਪਹੁੰਚਾਉਂਦੀ ਹੈ, ਤਾਂ ਅਸਾਂ ਗੁਰੂ ਕੀ ਸਿੱਖਿਆ ਸਿਰ ਮੱਥੇ ਤੇ ਨਹੀਂ ਧਰੀ। ਤੇ ਜੇ ਉਸ ਮਹਾਨ ਆਨੰਦ ਦਾਤੇ ਗੁਰੂ ਕੀ ਸਿੱਖਿਆ ਪਰ ਕੰਨ ਨਹੀਂ ਧਰੇ ਤਾਂ ਕਾਹਦੀ ਸਿੱਖੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦੀ ਸਿੱਖਿਆ ਨਹੀਂ ਮੰਨੀ ਤਾਂ ਕੀ ਸਿੱਖੀ? ਜੇ ਸਿੱਖੀ ਨਹੀਂ ਤਾਂ ਗੁਰੂ ਦੇ ਆਨੰਦ ਵਿੱਚ ਸਾਡਾ ਕਾਹਦਾ ਹਿੱਸਾ ਹੈ? ਜੇ ਅਸੀਂ ਹਿੱਸੇਦਾਰ ਨਹੀਂ, ਸਾਂਝੀਵਾਲ ਨਹੀਂ, ਤਾਂ ਫਿਰ ਸਾਡਾ ਆਪਣੇ ਆਪ ਨੂੰ ਐਸਾ ਪ੍ਰਗਟ ਕਰਨਾ ਸਾਧਾਰਨ ਤੋਂ ਵਧੇਕ ਡੋਲਣੀ ਬੇੜੀ ਝਾੜਨਾ ਹੈ। ਫਿਲਾਸਫੀਆਂ ਤੇ ਗਿਆਨ ਸੰਸਾਰ ਵਿੱਚ ਚਿਰੋਕਣੇ ਹਨ। ਕਿਆ ਕਲਗੀਆਂ ਵਾਲੇ ਦੇ ਆਗਮ ਵੇਲੇ ਹਿੰਦੁਸਤਾਨ ਵਿੱਚ ਉਪਨਿਸ਼ਦਾਂ ਤੇ 6 ਦਰਸ਼ਨ ਨਹੀਂ ਸਨ ਹੈਗੇ? ਕਿਆ ਇਹਨਾਂ ਦੇ ਪੰਡਤ ਸੰਨਿਆਸੀ ਤੇ ਸਿੱਖ ਅਖਾਉਣ ਵਾਲੇ ਜੋਗੀ, ਜੰਗਮ ਤੇ ਸੰਨਿਆਸੀ ਨਹੀਂ ਸਨ ਹੈਗੇ? ਸਭ ਕੁਝ ਸੀ, ਪਰ ਜੀਵਨ ਨਹੀਂ ਸੀ। ਗੱਲਾਂ ਤੇ ਕਥਾ ਤੇ ਦਿਮਾਗੀ ਦੌੜ ਰਹਿ ਗਈ ਸੀ। ਕਰਨੀ ਤੇ ਅਮਲ ਟੁਰ ਗਏ ਸਨ। ਗੁਰੂ ਸਾਹਿਬ ਫੋਕੀ ਦਿਮਾਗੀ ਆਤਿਸ਼ਬਾਜ਼ੀ ਲੈ ਕੇ ਨਹੀਂ ਆਏ ਸਨ, ਪਰ ਜੀਵਨ ਦਾ ਅਕਹਿ ਚਾਨਣਾ ਲੈ ਕੇ ਆਏ ਸਨ। ਉਹਨਾਂ ਨੇ ਮਸਲੇਬਾਜ਼ੀ ਨਹੀਂ ਸਿਖਾਈ, ਪਰ ਮੁਰਦਾ ਸ਼ਰੀਰਾਂ ਵਿੱਚ ਆਤਮ ਜੀਵਨ ਦੀ ਰੌਂ ਲਾ ਦਿੱਤੀ। ਜੀਵਨ ਤੋਂ ਸਾਡਾ ਮਤਲਬ ਮੁੱਢ ਦਾ ਇਖਲਾਕੀ ਜੀਵਨ ਨਹੀਂ, ਅਰਥਾਤ ਨਿਰਾ ਸ਼ੁਭ ਆਚਰਣ ਤੋਂ ਮਤਲਬ ਨਹੀਂ। ਇਹ ਜੀਵਨ ਤਾਂ ਉਸ ਜੀਵਨ ਦੇ ਪਹਿਲੇ ਡੰਡੇ ਹਨ। ਇਹ ਤਾਂ ਪੁੰਨਮय ਜੀਵਨ ਹੈ ਜਿਸ ਨੇ ਪਾਪਮय ਜੀਵਨ ਕੱਟ ਸਿੱਟਣਾ ਹੈ, ਔਰ ਇਹਨਾਂ ਪੁੰਨ ਤੇ ਪਾਪਮय ਦੋਹਾਂ ਵਿੱਚ ਹੋਂਦ ਦਾ ਆਸਰਾ ਹੁੰਦਾ ਹੈ। ਦੋਵੇਂ ਲੋਹਾ ਹਨ। ਇੱਕ ਲੋਹੇ ਦੀ ਬੇੜੀ ਹੈ ਜੋ ਸਾਨੂੰ ਬਣ ਰਹੀ ਹੈ, ਦੂਸਰਾ ਛੇਣੀ ਹੈ ਜਿਸ ਨੇ ਬੇੜੀ ਕੱਟਣ ਵਿੱਚ ਸਹਾਇਤਾ ਕਰਨੀ ਹੈ।
ਇਹ ਇਖਲਾਕੀ ਜੀਵਨ ਉਸ ਮਹਾਨ ਜੀਵਨ ਦਾ ਮੁੱਢ ਹੈ। ਇਹ ਉਸ ਜੀਵਨ ਦੇ ਪੈਰਾਂ ਹੇਠਲੀ ਨੀਂਹ ਹੈ। ਅੱਗੇ ਉੱਚ ਜੀਵਨ ਹੈ ਹੋਰ। ਹਾਂਜੀ, ਅੱਗੇ ਉੱਚ ਜੀਵਨ ਹੈ ਹੋਰ। ਸਾਡਾ ਮਤਲਬ ਆਤਮ ਜੀਵਨ ਤੋਂ ਹੈ, ਜਿੱਥੇ ਹਉ ਆਸਰਾ ਨਹੀਂ, ਪਰ ਹਉ ਤੋਂ ਆਤਮਾ ਛੁੱਟ ਗਿਆ ਹੈ, ਸੁਤੰਤਰ ਹੋ ਗਿਆ ਹੈ। ਔਰ ਸੁਤੰਤਰ ਹੋ ਕੇ ਆਪਣੇ ਆਪ ਵਿੱਚ ਆਨੰਦ ਹੈ ਤੇ ਆਨੰਦ ਸਰੂਪ ਵਾਹਿਗੁਰੂ ਨਾਲ ਸੰਜੋਗੀ ਜਾਂ ਉਜਲ ਪ੍ਰੇਮ ਵਿੱਚ ਪ੍ਰੇਮ ਸਰੂਪ ਹੋ ਰਿਹਾ ਹੈ। ਹਾਂ, ਜਿੱਥੇ ਰਸੀਆ ਰਸ ਭਰੇ ਹਾਲ ਵਿੱਚ ਰਸ ਰੂਪ ਹੋ ਰਿਹਾ ਹੈ, ਉਹ ਜੀਵਨ ਸੱਚ ਵਿੱਚ ਪਹੁੰਚਣਾ ਹੈ। ਉਹ ਮੂੰਹੋਂ ਬੋਲੇ ਜਾਣ ਵਾਲੇ ਸੱਚ ਤੋਂ, ਜੋ ਝੂਠ ਦੀ ਉਪੇਖਿਆ ਤੇ ਕਹੀਦਾ ਹੈ, ਬਹੁਤ ਉੱਚਾ ਸੱਚ ਹੈ, ਜਿਸ ਦਾ ਵਰਣਨ ਇਉਂ ਕੀਤਾ ਹੈ। ਨਾਨਕ ਵਖਾਣੇ ਬੇਨਤੀ, ਤੁਧ ਬਾਝ ਕੂੜੋ ਕੂੜ। ਜਿਸ ਸੱਚ ਨੂੰ ਇੱਥੇ ਪਦ ਤੁਧ ਪ੍ਰਗਟ ਕਰਦਾ ਹੈ, ਉਸ ਦਾ ਨਾਮ ਸੱਚ ਹੈ। ਉਸ ਸੱਚ ਨੂੰ ਪ੍ਰਾਪਤ ਕਰਨਾ ਇਉਂ ਲਿਖਿਆ ਹੈ, ਸੱਚ ਤਾਂ ਪਰ ਜਾਣੀਏ, ਜਾਂ ਹਿਰਦੈ ਸੱਚਾ ਹੋਏ। ਕੂੜ ਕੀ ਮਲ ਉਤਰੈ, ਤਨ ਕਰੇ ਹੱਛਾ ਤੋਏ। ਸੱਚ ਤਾਂ ਪਰ ਜਾਣੀਏ, ਜਾਂ ਸੱਚ ਧਰੇ ਪਿਆਰ। ਨਾਉ ਸੁਣ ਮਨ ਰਹਿਸੀਐ, ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਏ, ਜਾਂ ਜੁਗਤ ਜਾਣੇ ਜੀਓ। ਧਰਤ ਕਾਇਆ ਸਾਧਕੈ, ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ, ਜਾਂ ਸਿੱਖ ਸੱਚੀ ਲੇ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ, ਦਾਰੂ ਪਾਪ ਕੱਢੈ ਧੋਏ। ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਇਹ ਉਹ ਜੀਵਨ ਹੈ ਜੋ ਕਲਗੀਆਂ ਵਾਲੇ ਨੇ ਸਿਖਾਇਆ ਨਹੀਂ, ਜੋ ਲੋਕਾਂ ਵਿੱਚ ਭਰ ਦਿੱਤਾ, ਔਰ ਜਿਸ ਦੇ ਸਦਾ ਭਰੇ ਜਾਣ ਦੇ ਕਾਰਖਾਨੇ ਨੂੰ ਜਾਰੀ ਰੱਖਣ ਲਈ ਪੰਥ ਬਣਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।